ਇਹਦੇ 'ਚ ਕੋਈ ਦੋ ਰਾਏ ਨਹੀਂ। ਹੂੰ ਬਿਲਕੁਲ ਇਹ RSS ਦੀ ਕ੍ਰੀਏਸ਼ਨ ਨੇ ਅਰਵਿੰਦ ਕੇਜਰੀਵਾਲ ਜੀ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਹੂੰ ਇਹ ਗਵਰਨਰ ਸਾਹਿਬ ਨਾਲ ਇੰਨਾ ਝਗੜਾ ਕਰ ਲੈਣ ਹਾਂ ਕਿ ਗਵਰਨਰ ਸਾਹਿਬ ਇਹ ਕਹਿ ਦੇਣ ਕਿ ਇੱਥੇ ਕੰਸਟੀਟਿਊਸ਼ਨਲ ਕ੍ਰਾਈਸਿਸ ਆ ਗਿਆ, ਹੂੰ ਇਸ ਕਰਕੇ ਇਸ ਅਸੈਂਬਲੀ ਨੂੰ ਸਸਪੈਂਡ ਕੀਤਾ ਜਾਵੇ। ਹੂੰ ਡਿਸਮਿਸ ਤਾਂ ਨਹੀਂ ਸ਼ਾਇਦ ਕਰਨਗੇ ਪਰ ਸਸਪੈਂਡ ਕੀਤਾ ਜਾਵੇ। ਜੀ ਇੱਕ ਇੱਥੇ ਕੇਂਦਰ ਸ਼ਾਸਕ ਜਿਹੜਾ ਉਹ ਲਾਗੂ ਕੀਤਾ ਜਾਵੇ। ਇਹ ਪੰਜਾਬ ਦੀ ਜਿਹੜੀ ਮਾਨ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਹੈ ਲੋਕਾਂ ਕੋਲੇ ਜਾਏਗੀ ਕਿ ਦੇਖੋ ਸਾਡੇ ਕੋਲੇ 92 MLA ਸੀ ਔਰ ਜੀ। ਸਾਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਬਿਲਕੁਲ। ਕਿ 2024 ਦੇ ਵਿੱਚ ਆਪਦੀਆਂ ਪਾਰਲੀਮੈਂਟ ਦੀਆਂ ਸੀਟਾਂ ਜਿਤਾ ਸਕਣ। ਹੂੰ ਇਹ ਚਾਲ ਵੀ ਹੋ ਸਕਦੀ ਹੈ। ਇਸ ਕਰਕੇ ਗਵਰਨਰ ਨਾਲ ਝਗੜਾ ਕਿਉਂ? ਫਿਰ ਹੂੰ। ਤੁਸੀਂ ਇੱਕ ਹੋਰ ਗੱਲ ਹੈ ਬਹੁਤ ਵੱਡੀ, ਜੀ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਨਾਲ ਝਗੜੀ ਜਾਂਦੇ ਹੋ ਤੁਸੀਂ ਕਿਉਂਕਿ ਬਿਲਕੁਲ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹੂੰ ਉਹੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ 1 to 1 ਗਵਰਨਰ ਨਾਲ ਝਗੜੀ ਜਾਂਦੇ ਆ। ਜੀ ਤੁਸੀਂ ਪਹਿਲਾਂ ਇਹ ਦੱਸੋ ਕਿ ਇਸ ਝਗੜੇ ਦਾ ਸਵਾਏ ਸੁਰਖੀਆਂ ਚਾਉਣ ਤੋਂ ਬਿਨਾਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਕਾਰਜਕਾਲ ਨੂੰ ਕਿਸ ਨੂੰ ਫਾਇਦਾ ਹੋ ਰਿਹਾ ਹੈ? ਦੋਨੇ ਸੰਵਿਧਾਨਕ ਅਹੁਦੇ ਨੇ। ਹੂੰ ਇੱਕ ਸੰਵਿਧਾਨਕ ਅਹੁਦਾ ਹੈ ਪੰਜਾਬ ਦੇ ਲੋਕਾਂ ਨੇ ਚੁਣਿਆ ਹੋਇਆ, ਜੀ ਦੂਜਾ ਸੰਵਿਧਾਨਕ ਅਹੁਦਾ ਹੈ ਕੇਂਦਰ ਦੀ ਸਰਕਾਰ ਜਿਹੜੀ ਕਿ ਭਾਰਤ ਦੇ ਲੋਕਾਂ ਨੇ ਚੁਣੀ ਹੈ ਉਹਦਾ ਲਾਇਆ। ਸੋ ਇਹ ਕਹਿ ਦੇਣਾ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਹਾਂ ਹੂੰ ਤੇ ਤੂੰ ਕਿਸੇ ਦਾ ਅਪੁਆਇੰਟੀ ਹੈ, ਹੂੰ ਇਹ ਸਰਾਸਰ ਗਲਤ ਗੱਲ ਹੈ। ਜੇ ਇਹੀ ਗੱਲ ਕਹਿਣੀ ਸੀ ਜੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੇਰਾ ਇੱਕ ਸਵਾਲ ਹੈ, ਜੀ ਉਹ ਇਹ ਦੱਸਣ ਕਿ ਉਹਨਾਂ ਨੇ ਫਿਰ ਸਹੁੰ ਬਨਵਾਰੀ ਲਾਲ ਪੁਰੋਹਿਤ ਜੀ ਗਵਰਨਰ ਸਾਹਿਬ ਤੋਂ ਕਿਉਂ ਚੱਕੀ? ਫਿਰ ਉਹ ਸਹੁੰ ਵੀ ਕਿਤੇ ਹੋਰ ਜਾ ਕੇ ਚੱਕ ਲੈਂਦੇ। ਹੂੰ ਕੇਜਰੀਵਾਲ ਸਾਹਿਬ ਨੂੰ ਕਹਿੰਦੇ ਸਹੁੰ ਚੁਕਾ ਦਿੰਦੇ ਉਹਨਾਂ ਨੂੰ। ਸਰਦਾਰ ਭਗਵੰਤ ਮਾਨ ਜੀ ਸਤਿਕਾਰਯੋਗ ਗਵਰਨਰ ਨੂੰ ਕਈ ਵਾਰੀ ਬਹੁਤ ਹੀ ਅਜੀਬ ਤਰੀਕੇ ਨਾਲ ਐਡਰੈਸ ਕਰਦੇ ਨੇ, ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਮੁੱਖ ਬੁਲਾਰੇ ਨੇ ਮਿਸਟਰ ਜੀ। ਕੰਗ ਉਹ ਤਾਂ ਹੂੰ। ਥ੍ਰੈਟ ਕਰ ਦਿੰਦੇ ਨੇ ਗਵਰਨਰ ਸਾਹਿਬ ਨੂੰ। ਜੇ ਟੈਕਨੀਕਲੀ ਦੇਖਿਆ ਜਾਵੇ ਤਾਂ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਗਵਰਨਰ ਦੀ ਸਰਕਾਰ ਹੈ ਤੇ ਉਹਦੇ ਮੁੱਖ ਮੰਤਰੀ ਜਿਹੜੇ ਨੇ ਉਹ ਲੀਡਰ ਨੇ ਉਸ ਸਰਕਾਰ ਦੇ। ਜੇ ਕਿਸੇ ਨੂੰ ਨੌਕਰੀ ਤੋਂ ਹਟਾਇਆ ਜਾਂਦਾ ਹੈ, ਕੱਢਿਆ ਜਾਂਦਾ ਹੈ ਕਿਸੇ ਸੀਨੀਅਰ ਅਫਸਰ ਨੂੰ ਜਿਹੜੇ ਗਜ਼ਟਡ ਅਫਸਰ ਹੈ ਤਾਂ ਉਹਨਾਂ ਦੇ ਨੌਕਰੀ ਤੋਂ ਹਟਾਉਣ ਦੇ ਜਿਹੜੇ ਆਰਡਰ ਨੇ ਉਹਦੇ ਵਿੱਚ ਵੀ ਇਹ ਲਿਖਿਆ ਜਾਂਦਾ ਹੈ ਕਿ ਗਵਰਨਰ ਆਫ ਪੰਜਾਬ ਇਜ਼ ਪਲੀਜ਼ਡ ਟੂ ਡਿਸਮਿਸ ਸੋ ਐਂਡ ਸੋ ਫਰੋਮ ਦੀ ਸਰਵਿਸਿਜ਼। ਗਵਰਨਰ ਸਾਹਿਬ ਦੇ ਘਰੋਂ ਕਿਵੇਂ ਦਫ਼ਤਰ ਚੱਲ ਸਕਦਾ? ਉਹਨੂੰ ਕਹੋ ਕੰਗ ਨੂੰ ਗਵਰਨਰ ਸਾਹਿਬ ਦੇ ਘਰੇ ਵੜ ਕੇ ਹੀ ਦਿਖਾਵੇ। ਹੂੰ ਬਿਲਕੁਲ ਇਹ ਸਿਰਫ ਸੁਰਖੀਆਂ 'ਚ ਰਹਿਣ ਵਾਸਤੇ। ਦੇਖੋ ਇਹ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਮਨਦੀਪ ਜੀ ਜ਼ਿਆਦਾ ਨਹੀਂ ਜਾਣਦੇ, ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਜੀ ਉਹ ਸੁਰਖੀਆਂ 'ਚ ਰਹਿਣ ਵਾਸਤੇ ਆਪਦੇ ਥੱਪੜ ਵੀ ਮਰਵਾ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਹਰਦੀਪ ਸਿੰਘ ਕੇਂਗਰ ਜੁੜ ਚੁੱਕੇ ਨੇ। ਉਹਨਾਂ ਤੋਂ ਜਾਣਾਂਗੇ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਦੇ ਵਿਚਕਾਰ ਜੋ ਕੁਝ ਟਕਰਾਅ ਚੱਲ ਰਿਹਾ ਉਸ ਦਾ ਪੰਜਾਬ ਦੇ ਉੱਤੇ ਕੀ ਅਸਰ ਪੈ ਰਿਹਾ। ਇਸ ਤੋਂ ਇਲਾਵਾ ਵੀ ਪੰਜਾਬ ਦੇ ਹੋਰ ਭਖ ਦੇ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਕੇਂਗਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਜੀ ਜੀ। ਤੇ ਕੇਂਗਰ ਸਾਹਿਬ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਕਾਰ ਜੋ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ। ਕੀ ਲੱਗਦਾ ਕਿ ਪੰਜਾਬ ਦਾ ਆਰਥਿਕ ਪੱਧਰ ਦੇ ਉੱਤੇ ਜਾਂ ਫਿਰ ਸਿਆਸੀ ਪੱਧਰ ਦੇ ਉੱਤੇ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿੰਨਾ ਕੁ ਜਾਇਜ਼ ਹੈ? ਕਿਉਂਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕਿਤੇ ਨਾ ਕਿਤੇ ਪੰਜਾਬ ਨੂੰ ਆਰਥਿਕ ਨੁਕਸਾਨ ਵੀ ਇਹਦਾ ਜ਼ਿਆਦਾਤਰ ਹੋਊਗਾ ਜੀ। ਦੇਖੋ ਮਨਦੀਪ ਜੀ ਕਿ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜੀ ਕਿ ਜਿਸ ਸੰਵਿਧਾਨ ਨੇ ਹੂੰ ਭਗਵੰਤ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ, ਲੋਕਾਂ ਦੀ ਚੁਣੀ ਸਰਕਾਰ ਦਾ, ਉਸੇ ਤਰ੍ਹਾਂ ਲੋਕਾਂ ਦੀ ਚੁਣੀ ਸਰਕਾਰ ਨੇ ਕੇਂਦਰ ਦੇ ਵਿੱਚ ਉਸੇ ਸੰਵਿਧਾਨ ਦੇ ਤਹਿਤ ਹੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਅਪੁਆਇੰਟ ਕੀਤਾ ਹੈ। ਜੀ ਦੋਨੇ ਸੰਵਿਧਾਨਕ ਅਹੁਦੇ ਨੇ। ਹੂੰ ਇੱਕ ਸੰਵਿਧਾਨਕ ਅਹੁਦਾ ਹੈ ਪੰਜਾਬ ਦੇ ਲੋਕਾਂ ਨੇ ਚੁਣਿਆ ਹੋਇਆ, ਜੀ ਦੂਜਾ ਸੰਵਿਧਾਨਕ ਅਹੁਦਾ ਹੈ ਕੇਂਦਰ ਦੀ ਸਰਕਾਰ ਜਿਹੜੀ ਕਿ ਭਾਰਤ ਦੇ ਲੋਕਾਂ ਨੇ ਚੁਣੀ ਹੈ ਉਹਦਾ ਲਾਇਆ ਹੋਇਆ। ਬਿਲਕੁਲ ਜੀ। ਸੋ ਇਹ ਕਹਿ ਦੇਣਾ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਹਾਂ ਹੂੰ ਤੇ ਤੂੰ ਕਿਸੇ ਦਾ ਅਪੁਆਇੰਟੀ ਹੈ, ਹੂੰ ਇਹ ਸਰਾਸਰ ਗਲਤ ਗੱਲ ਹੈ। ਜੇ ਇਹੀ ਗੱਲ ਕਹਿਣੀ ਸੀ ਜੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੇਰਾ ਇੱਕ ਸਵਾਲ ਹੈ, ਜੀ ਉਹ ਇਹ ਦੱਸਣ ਕਿ ਉਹਨਾਂ ਨੇ ਫਿਰ ਸਹੁੰ ਬਨਵਾਰੀ ਲਾਲ ਪੁਰੋਹਿਤ ਜੀ ਗਵਰਨਰ ਸਾਹਿਬ ਤੋਂ ਕਿਉਂ ਚੱਕੀ? ਹੂੰ ਬਿਲਕੁਲ। ਫਿਰ ਉਹ ਸਹੁੰ ਵੀ ਕਿਤੇ ਹੋਰ ਜਾ ਕੇ ਚੱਕ ਲੈਂਦੇ। ਹੂੰ ਕੇਜਰੀਵਾਲ ਸਾਹਿਬ ਨੂੰ ਕਹਿੰਦੇ ਸਹੁੰ ਚੁਕਾ ਦਿੰਦੇ ਉਹਨਾਂ ਨੂੰ। ਜੀ ਸੋ ਇੱਕ ਪਾਸੇ ਤੁਸੀਂ ਜਿਹੜਾ ਨਾ ਇਸ ਕਰਕੇ ਤੁਸੀਂ ਸੰਵਿਧਾਨ ਨੂੰ ਪੂਰਨ ਤੌਰ ਤੇ ਸਹੁੰ ਖਾਧੀ ਹੋਈ ਹੈ ਕਿ ਮੈਂ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਵਚਨਬੱਧ ਹਾਂ। ਜੀ ਤੇ ਫਿਰ ਤੁਸੀਂ ਜਿਹੜਾ ਹੈ ਉਹ ਗਵਰਨਰ ਸਾਹਿਬ ਦੇ ਨਾਲ ਜਦੋਂ ਝਗੜਾ ਕਰਦੇ ਹੋ, ਦੇਖੋ ਜਦੋਂ ਗਵਰਨਰ ਸਾਹਿਬ ਨੂੰ ਅਸੀਂ ਐਡਰੈਸ ਕਰਦੇ ਹਾਂ ਸਰਕਾਰੀ ਤੌਰ ਤੇ, ਫਾਰਮਲ ਤੌਰ ਤੇ, ਤਾਂ ਉਹਨਾਂ ਨੂੰ ਆਨਰੇਬਲ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਇਲੈਕਟਡ ਮੈਂਬਰ ਨਹੀਂ ਹੈਗੇ ਨੇ ਉਹ ਵਿਧਾਨ ਸਭਾ ਦੇ। ਉਹਨਾਂ ਨੂੰ ਹਿਜ਼ ਐਕਸਲੈਂਸੀ ਮਹਾਮਹਿਮ ਦੇ ਤੌਰ ਤੇ ਐਡਰੈਸ ਕੀਤਾ ਜਾਂਦਾ ਹੈ।
ਔਰ ਇੱਥੇ ਮੈਂ ਦੇਖਿਆ ਕਿ ਸਰ ਭਗਵੰਤ ਮਾਨ ਜੀ ਸਤਿਕਾਰਯੋਗ ਗਵਰਨਰ ਨੂੰ ਕਈ ਵਾਰੀ ਬਹੁਤ ਹੀ ਅਜੀਬ ਤਰੀਕੇ ਨਾਲ ਐਡਰੈਸ ਕਰਦੇ ਨੇ। ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਮੁੱਖ ਬੁਲਾਰੇ ਨੇ ਮਿਸਟਰ ਕੰਗ, ਉਹ ਤਾਂ ਥ੍ਰੈਟ ਕਰ ਦਿੰਦੇ ਨੇ ਗਵਰਨਰ ਸਾਹਿਬ ਨੂੰ। ਗਵਰਨਰ ਸਾਹਿਬ ਦਾ ਆਪਣਾ ਇੱਕ ਅਧਾਰਕ ਖੇਤਰ ਹੈ। ਜੇ ਤੁਸੀਂ ਦੇਖੋ ਤਾਂ ਕੇਂਦਰ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਕੈਬਨਿਟ ਅਪਰੂਵ ਕਰਨ ਤੋਂ ਬਾਅਦ ਬੁਲਾਉਣ ਦਾ ਜਿਹੜਾ ਅਧਿਕਾਰ ਹੈ ਉਹ ਰਾਸ਼ਟਰਪਤੀ ਜੀ ਕੋਲੇ ਹੈ। ਬਿਲਕੁਲ। ਤੇ ਸਟੇਟ ਦੇ ਵਿੱਚ ਉਹ ਅਧਿਕਾਰ ਜਿਹੜਾ ਉਹ ਹਿਜ਼ ਐਕਸਲੈਂਸੀ ਗਵਰਨਰ ਦੇ ਕੋਲੇ ਹੈ। ਔਰ ਜਿਹੜਾ ਤੁਸੀਂ ਦੇਖੋਗੇ ਕਿ ਕੋਈ ਵੀ ਬਿੱਲ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਜਾਂ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਸਟੇਟਾਂ ਦਾ ਲੈਜਿਸਲੇਚਰ ਪੇਸ਼ ਕਰ ਸਕਦਾ ਹੈ, ਸਰਕਾਰ ਪੇਸ਼ ਕਰ ਸਕਦੀ ਹੈ, ਕੇਂਦਰ ਦੇ ਵਿੱਚ ਕੇਂਦਰ ਦੀ ਸਰਕਾਰ ਪੇਸ਼ ਕਰ ਸਕਦੀ ਹੈ। ਲੇਕਿਨ ਜਿਹੜਾ ਵੀ ਬਿੱਲ ਪੈਸੇ ਟਕੇ ਦਾ ਹੁੰਦਾ, ਜਿਹਨੂੰ ਅਸੀਂ ਫਾਈਨਾਂਸ ਬਿੱਲ ਕਹਿੰਦੇ ਆ, ਜਿਹਦੇ ਵਿੱਚ ਬਜਟ ਵੀ ਆਉਂਦਾ ਹੈ, ਉਹ ਬਿੱਲ ਪੇਸ਼ ਕਰਨ ਵਾਸਤੇ ਪ੍ਰਾਇਰ ਅਪਰੂਵਲ ਚਾਹੀਦੀ ਹੈ ਭਾਰਤ ਦੇ ਰਾਸ਼ਟਰਪਤੀ ਦੀ ਪਾਰਲੀਮੈਂਟ ਵਾਸਤੇ ਤੇ ਪੰਜਾਬ ਦੇ ਗਵਰਨਰ ਦੀ ਜਿਹੜੀ ਹੈ ਉਹ ਵਿਧਾਨ ਸਭਾ ਵਾਸਤੇ। ਸੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦਾ ਕੋਈ ਰੋਲ ਹੀ ਹੈ ਨਹੀਂਗਾ। ਦੂਜੀ ਗੱਲ, ਜਦੋਂ ਗਵਰਨਰ ਐਡਰੈਸ ਕਰਦੇ ਨੇ ਅਸੈਂਬਲੀ ਨੂੰ ਜਾਂ ਰਾਸ਼ਟਰਪਤੀ ਐਡਰੈਸ ਕਰਦੇ ਨੇ ਜੁਆਇੰਟ ਸੈਸ਼ਨ ਜਿਹੜਾ ਪਾਰਲੀਮੈਂਟ ਦਾ, ਲੋਕ ਸਭਾ ਤੇ ਰਾਜ ਸਭਾ ਦਾ, ਉਹ ਭਾਵੇਂ ਹੀ ਭਾਸ਼ਣ ਜਿਹੜਾ ਹੈ ਉਹ ਤਿਆਰ ਕੀਤਾ ਹੁੰਦਾ ਕੈਬਨਿਟ ਨੇ ਅਪਰੂਵ ਕੀਤਾ ਹੁੰਦਾ, ਲੇਕਿਨ ਉਹ ਭਾਸ਼ਣ ਦੇ ਵਿੱਚ ਰਾਸ਼ਟਰਪਤੀ ਤੇ ਗਵਰਨਰ ਦੋਨੋਂ ਹੀ ਇਹ ਕਹਿੰਦੇ ਨੇ ਕਿ ਮੇਰੀ ਸਰਕਾਰ। ਜੇ ਟੈਕਨੀਕਲੀ ਦੇਖਿਆ ਜਾਵੇ ਤਾਂ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਗਵਰਨਰ ਦੀ ਸਰਕਾਰ ਹੈ ਤੇ ਉਹਦੇ ਮੁੱਖ ਮੰਤਰੀ ਜਿਹੜੇ ਨੇ ਉਹ ਲੀਡਰ ਨੇ ਉਸ ਸਰਕਾਰ ਦੇ। ਤੁਸੀਂ ਕਿਸੇ ਵੀ ਅਫਸਰ ਦੀ ਬਦਲੀ ਦਾ ਜੇ ਤੁਸੀਂ ਆਰਡਰ ਦੇਖੋਗੇ ਤਾਂ ਉਹਦੇ 'ਚ ਲਿਖਿਆ ਹੁੰਦਾ ਗਵਰਨਰ ਆਫ ਪੰਜਾਬ ਇਜ਼ ਪਲੀਜ਼ ਟੂ ਅਪੁਆਇੰਟ ਸੋ ਐਂਡ ਸੋ ਐਜ਼ ਡਿਪਟੀ ਕਮਿਸ਼ਨਰ ਆਫ ਫਰੀਦਕੋਟ। ਜੇ ਕਿਸੇ ਨੂੰ ਨੌਕਰੀ ਤੋਂ ਹਟਾਇਆ ਜਾਂਦਾ ਹੈ, ਕੱਢਿਆ ਜਾਂਦਾ ਹੈ ਕਿਸੇ ਸੀਨੀਅਰ ਅਫਸਰ ਨੂੰ, ਜਿਹੜੇ ਗਜ਼ਟਡ ਅਫਸਰ ਹੈ, ਤਾਂ ਉਹਨਾਂ ਦੇ ਨੌਕਰੀ ਤੋਂ ਹਟਾਉਣ ਦੇ ਜਿਹੜੇ ਆਰਡਰ ਨੇ ਉਹਦੇ ਵਿੱਚ ਵੀ ਇਹ ਲਿਖਿਆ ਜਾਂਦਾ ਹੈ ਕਿ ਗਵਰਨਰ ਆਫ ਪੰਜਾਬ ਇਜ਼ ਪਲੀਜ਼ ਟੂ ਡਿਸਮਿਸ ਸੋ ਐਂਡ ਸੋ ਫਰੋਮ ਦੀ ਸਰਵਿਸਿਜ਼। ਸੋ ਗਵਰਨਰ ਦੀ ਪਲੇਜ਼ਰ ਜਿਹੜੀ ਹੈ ਉਹੀ ਸਰਕਾਰ ਦੇ ਉੱਤੇ ਚਲਾਉਂਦੀ ਹੈ, ਔਰ ਸਰਕਾਰ ਉਹਨਾਂ ਚਿਰ ਚੱਲਦੀ ਹੈ ਜਿੰਨਾ ਚਿਰ ਗਵਰਨਰ ਦਾ ਪਲੇਜ਼ਰ ਹੈ। ਸੋ ਇਸ ਕਰਕੇ ਗਵਰਨਰ ਨਾਲ ਝਗੜਾ ਕਿਉਂ? ਫਿਰ ਤੁਸੀਂ ਇੱਕ ਹੋਰ ਗੱਲ ਹੈ ਬਹੁਤ ਵੱਡੀ, ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਨਾਲ ਝਗੜੀ ਜਾਂਦੇ ਹੋ ਤੁਸੀਂ, ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਹੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ 1-to-1 ਗਵਰਨਰ ਨਾਲ ਝਗੜੀ ਜਾਂਦੇ ਆ। ਤੁਸੀਂ ਪਹਿਲਾਂ ਇਹ ਦੱਸੋ ਕਿ ਇਸ ਝਗੜੇ ਦਾ ਸਵਾਏ ਸੁਰਖੀਆਂ ਚਾਉਣ ਤੋਂ ਬਿਨਾਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਕਾਰਜਕਾਲ ਨੂੰ ਕਿਸ ਨੂੰ ਫਾਇਦਾ ਹੋ ਰਿਹਾ ਹੈ? ਇਹ ਮੈਂ ਮੁੱਖ ਮੰਤਰੀ ਜੀ ਨੂੰ ਸਵਾਲ ਕਰਦਾ ਕਿ ਦੱਸਣ ਲੋਕਾਂ ਨੂੰ ਕਿ ਪੰਜਾਬ ਦਾ ਕੀ ਫਾਇਦਾ ਹੋ ਰਿਹਾ ਹੈ ਮੁੱਖ ਮੰਤਰੀ ਜੀ ਦੇ ਗਵਰਨਰ ਨਾਲ ਝਗੜੇ ਤੋਂ ਬਾਅਦ। ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਾਂ ਫਿਰ ਜਿਹੜੇ ਬੁਲਾਰੇ ਨੇ, ਜਿਹੜੇ ਵਿਧਾਇਕ ਨੇ, ਉਹ ਇਹ ਗੱਲ ਇਹੀ ਕਹਿੰਦੇ ਜਾਣ ਬੁੱਝ ਕੇ ਜਿਨ੍ਹਾਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਜਾਂ ਗੈਰ ਬੀਜੇਪੀ ਜਿਹੜੀ ਸਰਕਾਰਾਂ ਬਣੀਆਂ ਹੋਈਆਂ ਨੇ, ਉੱਥੇ ਜਾਣ ਬੁੱਝ ਕੇ ਬੀਜੇਪੀ ਗਵਰਨਰ ਦੇ ਰਾਹੀਂ ਕਹਿੰਦੇ ਉੱਥੇ ਜਾਣ ਬੁੱਝ ਕੇ ਸਰਕਾਰਾਂ ਨੂੰ ਤੰਗ ਕਰ ਰਹੀ ਹੈ। ਕਹਿੰਦੇ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਨੇ ਬੀਜੇਪੀ ਦੇ ਉੱਤੇ, ਕੇਂਦਰ ਸਰਕਾਰ ਦੇ ਉੱਤੇ। ਦੇਖੋ ਜਿਹੜਾ ਗਵਰਨਰ ਹੈ ਉਹ ਜੇ ਤੁਸੀਂ ਸੰਵਿਧਾਨਿਕ ਤੌਰ ਤੇ ਪੜ੍ਹੋ ਤਾਂ ਉਹ ਕੇਂਦਰ ਦਾ ਹੀ ਰਿਪਰੈਜ਼ੈਂਟੇਟਿਵ ਹੈ ਜੀ, ਲੇਕਿਨ ਉਹ ਹੈ ਸੰਵਿਧਾਨ ਦੇ ਵਿੱਚ। ਤੁਸੀਂ ਕੀ ਕਰ ਸਕਦੇ ਹੋ? ਜਾਣ ਬੁੱਝ ਕੇ ਗਵਰਨਰ ਜੇ ਕੋਈ ਕਰਦਾ ਹੈ ਤਾਂ ਇੱਕ ਅੱਧੀ ਵਾਰੀ ਕਰ ਸਕਦਾ ਹੈ। ਤੁਸੀਂ ਦੇਖੋ 2-3 ਜਗ੍ਹਾ ਤੇ ਰੌਲਾ ਪਿਆ ਹੈ, ਵੈਸਟ ਬੰਗਾਲ 'ਚ ਵੀ ਰੌਲਾ ਪਿਆ ਹੈ, ਤਾਮਿਲਨਾਡੂ 'ਚ ਵੀ ਰੌਲਾ ਪਿਆ ਹੈ, ਦਿੱਲੀ ਤੇ ਪੰਜਾਬ 'ਚ ਵੀ ਰੌਲਾ ਪਿਆ ਹੈ। ਬਿਲਕੁਲ ਜੀ। ਲੇਕਿਨ ਤਾਮਿਲਨਾਡੂ ਦੇ ਵਿੱਚ ਜਾਂ ਵੈਸਟ ਬੰਗਾਲ ਦੇ ਵਿੱਚ ਉਹਨਾਂ ਨੇ ਆਪਦੀ ਮਰਜ਼ੀ ਨਾਲ ਸੈਸ਼ਨ ਨਹੀਂ ਸੱਦੇਗੇ ਵਿਧਾਨ ਸਭਾ ਦੇ। ਵਿਧਾਨ ਸਭਾ ਦਾ ਸੈਸ਼ਨ ਪ੍ਰੋਰੋਗ ਕਰਨਾ, ਉਠਾਉਣਾ ਤੇ ਜਾਂ ਫਿਰ ਉਹਨੂੰ ਸੱਦਣਾ, ਇਹ ਦੋਨੇ ਅਧਿਕਾਰ ਖੇਤਰ ਜਿਹੜੇ ਗਵਰਨਰ ਦੇ ਨੇ। ਇੱਥੇ ਆਰਗੂਮੈਂਟ ਦਿੰਦੇ ਨੇ ਕਿ ਪਿਛਲਾ ਸਦਨ ਦਾ ਜਿਹੜਾ ਸੀਗਾ ਵਿਧਾਨ ਸਭਾ ਦਾ, ਇਹ ਸਦਨ ਉਹਦੀ ਕੰਟੀਨਿਊਏਸ਼ਨ ਹੈ। ਦੇਖੋ ਇਹ ਲੋਕਾਂ ਨੂੰ ਇਹੋ ਜਿਹੀ ਗੱਲਾਂ ਦਾ ਤੁਸੀਂ ਬੇਵਕੂਫੀ ਨਾ ਬਣਾਓ ਔਰ ਤੁਸੀਂ ਇਹ ਝੂਠ ਨਾ ਬੋਲੋ। ਜੇ ਇਹ ਵਿਧਾਨ ਸਭਾ ਦਾ ਸੈਸ਼ਨ ਉਹਦਾ ਕੰਟੀਨਿਊਮ ਹੈ ਤਾਂ ਫਿਰ ਤੁਸੀਂ ਗਵਰਨਰ ਸਾਹਿਬ ਦੀ ਪਰਮਿਸ਼ਨ ਕਿਉਂ ਮੰਗੀ ਸੀ? ਬਿਲਕੁਲ। ਕਿਉਂ ਗਵਰਨਰ ਸਾਹਿਬ ਨੂੰ ਕਿਹਾ ਸੀ ਸੱਦਣ ਵਾਸਤੇ? ਇਹ ਇਹਨਾਂ ਦੀ ਆਫਟਰ ਥਾਟ ਹੈ। ਬਿਲਕੁਲ। ਕਿਉਂਕਿ ਹੁਣ ਦੂਜੀ ਗੱਲ ਹੈ ਕਿ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ, ਇਹਨਾਂ ਨੇ ਕਿਹਾ ਸਾਨੂੰ ਸਪੈਸ਼ਲ ਸੈਸ਼ਨ ਸੱਦਣ ਦੀ ਇਜਾਜ਼ਤ ਦਿੱਤੀ ਜਾਵੇ। ਫਿਰ ਇਹਨੂੰ ਸਪੈਸ਼ਲ ਸਦਨ ਕਿਉਂ ਕਹਿ ਰਹੇ ਹੋ? ਫਿਰ ਤੁਸੀਂ ਇਹਨੂੰ ਬਜਟ ਸਦਨ ਕਿਉਂ ਨਹੀਂ ਕਹਿ ਰਹੇ? ਜਦੋਂ ਤੁਸੀਂ ਇਹਨੂੰ ਸਪੈਸ਼ਲ ਸਦਨ ਕਹਿ ਰਹੇ ਹੋ ਤਾਂ ਇਹ ਜਿਹੜਾ ਹੈਗਾ ਇਹ ਸਪੈਸ਼ਲ ਬੈਠਕ ਹੈ ਸਦਨ ਦੀ, ਇਹ ਤੁਸੀਂ ਪਿਛਲੀ ਬੈਠਕ ਨਾਲ ਨਹੀਂ ਜੋੜ ਸਕਦੇ। ਬਿਲਕੁਲ ਜੀ। ਔਰ
4 ਸੈਸ਼ਨ ਹੁੰਦੇ ਨੇ ਵਿਧਾਨ ਸਭਾ ਦੇ, 4 ਸੈਸ਼ਨ ਹੁੰਦੇ ਨੇ ਪਾਰਲੀਮੈਂਟ ਦੇ, ਗਰਮੀ ਦੀ ਰੁੱਤ ਦਾ, ਸਰਦੀ ਦੀ ਰੁੱਤ ਦਾ, ਬਸੰਤ ਰੁੱਤ ਦਾ ਤੇ ਮੌਨਸੂਨ ਰੁੱਤ ਦਾ ਜੀ। ਇਹਨਾਂ ਸੈਸ਼ਨਾਂ ਦੇ ਵਿੱਚ ਇੱਕੋ ਹੀ ਸੈਸ਼ਨ ਹੈ ਜਿਹੜਾ ਬਜਟ ਸੈਸ਼ਨ ਹੈ, ਜਿਹਦੇ ਵਿੱਚ ਇੱਕ ਬ੍ਰੇਕ ਹੁੰਦੀ ਹੈ ਬੜੀ ਲੰਮੀ। ਉਹ ਬ੍ਰੇਕ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਪਾਰਲੀਮੈਂਟ ਦੀਆਂ ਤੇ ਵਿਧਾਨ ਸਭਾ ਦੀਆਂ ਕੰਸਲਟੇਟਿਵ ਕਮੇਟੀਜ਼ ਹੁੰਦੀਆਂ ਜੀ ਜਾਂ ਉਹਨਾਂ ਦੀਆਂ ਸਟੈਂਡਿੰਗ ਕਮੇਟੀ ਹੁੰਦੀਆਂ। ਜਿਹੜੀਆਂ ਸਟੈਂਡਿੰਗ ਕਮੇਟੀਜ਼ ਹੈ ਉਹਨਾਂ ਦੇ ਚੇਅਰਮੈਨ ਹਮੇਸ਼ਾ ਆਪੋਜੀਸ਼ਨ ਪਾਰਟੀ ਦੇ ਬੰਦੇ ਹੁੰਦੇ ਆ, ਤੇ ਜਦੋਂ ਵੀ ਕਿਸੇ ਮਹਿਕਮੇ ਦਾ ਜਿਹੜਾ ਬਜਟ ਹੈ ਉਹ ਪੇਸ਼ ਹੁੰਦਾ ਹੈ, ਉਹ ਪਹਿਲਾਂ ਸਟੈਂਡਿੰਗ ਕਮੇਟੀ ਦੇ ਵਿੱਚ ਉਹਦੀ ਸਕਰੂਟਨੀ ਜਿਹੜੀ ਹੈ ਪ੍ਰੋਪਰ ਹੋ ਜਾਂਦੀ ਹੈ ਬਜਟ ਦੇ ਵਿੱਚ, ਤਾਂ ਕਿ ਲੰਬੀ ਡਿਸਕਸ਼ਨ ਜਿਹੜੀ ਹੈ ਉਹ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਨਾ ਚੱਲੇ। ਸੋ ਸਟੈਂਡਿੰਗ ਕਮੇਟੀ ਦੀਆਂ ਮੀਟਿੰਗਾਂ ਕਰਨ ਵਾਸਤੇ ਤੇ ਕੰਸਲਟੇਟਿਵ ਕਮੇਟੀ ਦੀਆਂ ਮੀਟਿੰਗਾਂ ਕਰਨ ਵਾਸਤੇ ਹਰੇਕ ਮਹਿਕਮੇ ਦੀਆਂ ਇਹ ਜਿਹੜੀਆਂ ਵਿੱਚ ਬਜਟ ਸੈਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਬ੍ਰੇਕ ਹੁੰਦਾ ਹੈ। ਪਹਿਲਾ ਪਾਰਟ ਹੁੰਦਾ ਹੈ, ਫਿਰ ਬ੍ਰੇਕ ਹੁੰਦਾ, ਫਿਰ ਦੂਜਾ ਪਾਰਟ ਹੁੰਦਾ ਹੈ। ਲੇਕਿਨ ਬਾਕੀ ਤਾਂ ਸੈਸ਼ਨ ਜਦ ਚੱਲਦੇ ਆ ਤੇ ਜਾਂ ਪ੍ਰੋਰੋਗ ਹੋ ਜਾਂਦੇ ਆ, ਉੱਠ ਜਾਂਦੇ ਆ। ਇਹ ਕਹਿੰਦੇ ਕਿ ਸੈਸ਼ਨ ਤਾਂ ਉਠਾਇਆ ਹੀ ਨਹੀਂ ਸੀ ਅਸੀਂ, ਇਹ ਤਾਂ ਉਸੇ ਸੈਸ਼ਨ ਦਾ ਹਿੱਸਾ ਹੈ। ਜੇ ਉਸੇ ਸੈਸ਼ਨ ਦਾ ਹਿੱਸਾ ਹੈ ਭਾਈ, ਤਾਂ ਫਿਰ ਦੁਬਾਰਾ ਗਵਰਨਰ ਸਾਹਿਬ ਨੂੰ ਤੁਸੀਂ ਸੈਸ਼ਨ ਸੱਦਣ ਵਾਸਤੇ, ਸਪੈਸ਼ਲ ਸੱਦਣ ਦਾ ਕਿਉਂ ਤੁਸੀਂ ਜਨਤਾ ਨੂੰ ਕਹਿ ਰਹੇ ਹੋ ਕਿ ਸਪੈਸ਼ਲ ਸਦਨ ਹੈ ਸਾਡਾ, ਅਸੀਂ ਉਹਦਾ ਸੈਸ਼ਨ ਸੱਦ ਰਹੇ ਹਾਂ ਸਦਨ ਦਾ? ਸੋ ਇਹ ਝੂਠਾਂ ਦੀ ਪੰਡ ਹੈ। ਇਸ ਕਰਕੇ ਦੂਜੀ ਗੱਲ ਦੇਖੋ, ਗਵਰਨਰ ਸਾਹਿਬ ਸੂਬੇ ਦੇ ਸਰਕਾਰ ਦੇ ਮੁਖੀ ਹੈ। ਬਿਲਕੁਲ ਜੀ। ਮੁੱਖ ਮੰਤਰੀ ਸਾਹਿਬ ਨੂੰ ਕੋਈ ਵੀ ਝਗੜਾ ਜੇ ਗਵਰਨਰ ਸਾਹਿਬ ਦੇ ਨਾਲ ਕੋਈ ਮਾੜਾ ਮੋਟ ਮਨ ਮੁਟਾਓ ਹੁੰਦਾ ਹੈ ਤਾਂ ਗਵਰਨਰ ਸਾਹਿਬ ਦੇ ਕੋਲੇ ਜਾ ਕੇ ਗੱਲ ਕਰਕੇ ਉਹਨੂੰ ਸੋਲਵ ਕਰ ਲੈਣਾ ਚਾਹੀਦਾ। ਬਿਲਕੁਲ। ਤੁਸੀਂ ਗਵਰਨਰ ਸਾਹਿਬ ਦੇ ਝਗੜੇ ਦਾ ਟਵੀਟ ਦਾ ਨਹੀਂ ਨਾ ਕਰ ਸਕਦੇ, ਤੇ ਗਵਰਨਰ ਸਾਹਿਬ ਨੂੰ ਕਹੋ ਕਿ ਉਸ ਝਗੜੇ ਦਾ ਜਵਾਬ ਦੇਣ ਟਵੀਟ ਦੇ ਨਾਲ। ਔਰ ਗਵਰਨਰ ਸਾਹਿਬ ਦਾ ਅਧਿਕਾਰ ਖੇਤਰ ਹੈ ਮੇਰਾ ਖਿਆਲ ਧਾਰਾ 167 ਜਾਂ 68 ਦੇ ਵਿੱਚ, ਕਿ ਉਹ ਸਰਕਾਰ ਤੋਂ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਆ, ਸਰਕਾਰ ਨੂੰ ਦੇਣੀ ਪਵੇਗੀ। ਬਿਲਕੁਲ ਜੀ। ਹੁਣ ਜੇ ਤੁਸੀਂ ਕਹੋ ਕਿ ਅਸੀਂ ਤਾਂ ਮੰਨਦੇ ਹੀ ਨਹੀਂ ਸੰਵਿਧਾਨ ਨੂੰ, ਮੈਂ ਤੁਹਾਨੂੰ ਇੱਕ ਆਪਦੀ ਛੋਟੀ ਜਿਹੀ ਪਰਸਨਲ ਗੱਲ ਦੱਸਦਾ। ਇੱਕ ਵਾਰੀ ਮੈਂ ਕਿਤੇ ਟਰੈਵਲ ਕਰ ਰਿਹਾ ਸੀ ਤੇ ਮੈਨੂੰ ਪੁਲਿਸ ਵਾਲਿਆਂ ਨੇ ਰੋਕਿਆ ਤੇ ਮੈਂ ਆਪਦਾ ID ਕਾਰਡ ਕੱਢ ਕੇ ਦਿਖਾਇਆ। ਉੱਥੇ ਇੱਕ DSP ਸੀ, ਉਹ ਐਡਾ ਹੰਕਾਰਿਆ ਹੋਇਆ ਸੀ। ਉਹ ਮੈਨੂੰ ਕਹਿੰਦਾ ਇਹ ਸਾਨੂੰ ਕੀ ਪਤਾ ਕਿ ID ਕਾਰਡ ਤੁਹਾਡਾ ਜਾਲੀ ਹੈ ਜਾਂ ਅਸਲੀ ਹੈ। ਤੇ ਮੈਂ ਡਰਾਈਵਰ ਨੂੰ ਆਪਣੇ ਨੂੰ ਕਿਹਾ ਕਾਰ ਤੋਰ, ਤੇ ਮੈਂ DSP ਨੂੰ ਕਿਹਾ ਤੂੰ ਮੇਰੇ ਗੋਲੀ ਮਾਰ, ਮੈਨੂੰ ਨਹੀਂ ਪਤਾ ਤੇਰੀ ਵਰਦੀ ਅਸਲੀ ਹੈ ਕਿ ਨਕਲੀ ਹੈ, ਮੈਨੂੰ ਪਤਾ ਲੱਗਦਾ ਤੂੰ ਨਕਲੀ ਪੁਲਿਸ ਹੈ। ਦੇਖੋ ਨਾ, ਇਹ ਤਾਂ ਗੱਲਾਂ ਆਪਾਂ ਉਹੀ ਕਰ ਸਕਦੇ ਆ ਨਾ। ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਦਾ ਫਾਇਦਾ ਕੀ? ਜੇ ਤੁਸੀਂ ਕਹੋ ਗਵਰਨਰ ਸਾਹਿਬ ਐ ਨਹੀਂ ਕਰਦੇ, ਗਵਰਨਰ ਸਾਹਿਬ ਐ ਨਹੀਂ ਕਰਦੇ, ਭਾਈ ਤੁਸੀਂ ਆਪਦਾ ਕੰਮ ਕਰੋ। ਜਦੋਂ ਗਵਰਨਰ ਸਾਹਿਬ ਨਹੀਂ ਕਰਨਗੇ ਉਦੋਂ ਫਿਰ ਉਹਦੇ ਤੇ ਲੋਕੀ ਗਵਰਨਰ ਸਾਹਿਬ ਤੇ ਉਂਗਲਾਂ ਉਠਾ ਲੈਣਗੇ। ਬਿਲਕੁਲ। ਜਾਂ ਤੁਸੀਂ ਜਾ ਕੇ ਗਵਰਨਰ ਸਾਹਿਬ ਕੋਲੇ ਬੈਠੋ, ਉਹਨਾਂ ਦੀ ਇੱਜ਼ਤ ਮਾਣ ਕਰੋ ਕਿ ਗਵਰਨਰ ਸਾਹਿਬ ਮੈਂ ਤੁਹਾਡੇ ਕੋਲੇ ਆਇਆਗਾ, ਆਪਾਂ ਇਹਨੂੰ ਸਮਝੌਤਾ ਕਰੀਏ, ਆਪਾਂ ਕਾਹਦੇ ਵਾਸਤੇ ਲੜੀ ਜਾਂਦੇ ਆ। ਤੁਸੀਂ ਨਾਲੇ ਦੇਖੋ ਗਵਰਨਰ ਦੇ ਆਫਿਸ ਨੂੰ ਯੂਜ਼ ਕਰੋ, ਕਿਉਂਕਿ BJP ਦੀ ਸਰਕਾਰ ਹੈ। ਗਵਰਨਰ ਨੂੰ ਕਹੋ ਕਿ ਪੰਜਾਬ 'ਚ ਹੜ੍ਹਾਂ ਦੀ ਬਹੁਤ ਵੱਡੀ ਮਾਰ ਪਈ ਹੈ, ਤੁਸੀਂ ਸਾਨੂੰ ਪੈਸਾ ਲਿਆ ਕੇ ਦਿਓ। ਫਿਰ ਤੁਸੀਂ ਲੋਕਾਂ ਨੂੰ ਕਹੋ ਕਿ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਪੈਸਾ ਲਿਆਉਣ ਵਾਸਤੇ। ਜੇ ਗਵਰਨਰ ਸਾਹਿਬ ਪੈਸਾ ਨਹੀਂ ਲੈ ਕੇ ਆਉਂਦੇ ਤਾਂ ਫਿਰ ਤੁਸੀਂ ਲੋਕਾਂ ਨੂੰ ਕਹੋ ਕਿ ਦੇਖੋ ਜੀ BJP ਸਾਨੂੰ ਪੈਸਾ ਨਹੀਂ ਅਲਾਟ ਕਰਦੀ। ਔਰ ਗਵਰਨਰ ਸਾਹਿਬ ਨੂੰ ਵੀ ਇਹ ਕਹਿਣਾ ਪਏਗਾ ਕਿ ਹਾਂਜੀ ਕੇਂਦਰ ਸਰਕਾਰ ਨੇ ਸਾਡੇ ਨਾਲ ਵਿਤਕਰਾ ਕੀਤਾ, ਭਾਵੇਂ ਉਹਨਾਂ ਦੇ ਅਪੁਆਇੰਟੀ ਹੈ, ਲੇਕਿਨ ਤੁਸੀਂ ਦੋਸਤੀ ਤਾਂ ਬਣਾ ਕੇ ਰੱਖੋ ਗਵਰਨਰ ਦੇ ਨਾਲ। ਔਰ ਫਿਰ ਜੇ ਇੱਕ ਥਾਂ ਤੇ ਇਹੋ ਜਿਹੀ ਗੱਲ ਹੈ, ਤੁਸੀਂ ਦਿੱਲੀ ਦੇ ਵਿੱਚ ਵੀ ਇਹ ਅੜਾਇਆ ਹੋਇਆ ਸਾਰਾ ਪੰਗਾ, ਇੱਥੇ ਵੀ ਅੜਾਇਆ ਹੋਇਆ, ਸਿਰਫ ਸੁਰਖੀਆਂ 'ਚ ਰਹਿਣ ਵਾਸਤੇ। ਔਰ ਫਿਰ ਮੇਰੀ ਇੱਕ ਰਾਏ ਹੈ ਆਮ ਆਦਮੀ ਪਾਰਟੀ ਨੂੰ, ਮਨਦੀਪ ਜੀ, ਉਹਨਾਂ ਦੇ ਬੁਲਾਰਿਆਂ ਨੂੰ, ਕਿ ਜਦੋਂ ਗਵਰਨਰ ਸਾਹਿਬ ਨੂੰ ਕਹਿੰਦਾ ਜਾਂ ਤਾਂ ਕਹਿੰਦਾ ਸਾਨੂੰ ਦਫ਼ਤਰ ਵਾਸਤੇ ਜਗ੍ਹਾ ਦੇ ਦਿਓ, ਨਹੀਂ ਤਾਂ ਫਿਰ ਐਂ ਕਰ ਦਿਆਂਗੇ। ਉਹ ਕਹਿੰਦੇ ਜਾਂ ਤਾਂ ਸਾਨੂੰ ਦਫ਼ਤਰ ਵਾਸਤੇ ਜਗ੍ਹਾ ਦੇ ਦਿਓ, ਨਹੀਂ ਫਿਰ ਕਹਿੰਦੇ ਸਾਡਾ ਜਿਹੜਾ ਦਫ਼ਤਰ ਹੈ ਵੀ ਉਹ ਰਾਜਪਾਲ ਦੇ ਭਵਨ ਤੋਂ ਚੱਲੂਗਾ। ਕਹਿੰਦੇ ਜੀ ਹਾਂ, ਤੁਸੀਂ ਮੈਨੂੰ ਚੇਤਾਵਨੀ ਦਿੱਤੀ ਇਹਨਾਂ ਨੇ। ਇਹ ਕੋਈ ਚੇਤਾਵਨੀ ਦੱਸੋ ਤੁਸੀਂ ਗਵਰਨਰਾਂ ਨੂੰ। ਕੱਲ ਨੂੰ ਮੈਂ ਕਹਿ ਦਿਆਂ ਕਿ ਜਾਂ ਤਾਂ ਮੇਰਾ ਆਹ ਕਰ ਲਓ, ਵਰਨਾ ਮਾਨ ਸਾਹਿਬ ਮੈਂ ਤੁਹਾਡੇ ਘਰੇ ਸਾਡਾ ਦਫ਼ਤਰ ਚੱਲੇਗਾ। ਗਵਰਨਰ ਸਾਹਿਬ ਦੇ ਘਰੋਂ ਕਿਵੇਂ ਦਫ਼ਤਰ ਚੱਲ ਸਕਦਾ? ਉਹਨੂੰ ਕਹੋ ਕੰਗੜੂ ਗਵਰਨਰ ਸਾਹਿਬ ਦੇ ਘਰੇ ਵੜ ਕੇ ਹੀ ਦਿਖਾਵੇ। ਬਿਲਕੁਲ। ਇਹ ਸਿਰਫ ਸੁਰਖੀਆਂ 'ਚ ਰਹਿਣ ਵਾਸਤੇ। ਦੇਖੋ, ਇਹ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਮਨਦੀਪ ਜੀ ਜ਼ਿਆਦਾ ਨਹੀਂ ਜਾਣਦੇ, ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਉਹ ਸੁਰਖੀਆਂ 'ਚ ਰਹਿਣ ਵਾਸਤੇ ਆਪਦੇ ਥੱਪੜ ਵੀ ਮਰਵਾ ਸਕਦਾ, ਉਹ ਸੁਰਖੀਆਂ 'ਚ ਰਹਿਣ ਵਾਸਤੇ ਆਪਦੇ ਤੇ ਆਂਡੇ ਵੀ ਸਟਵਾ ਸਕਦਾ, ਉਹ ਸੁਰਖੀਆਂ 'ਚ ਰਹਿਣ ਵਾਸਤੇ ਆਪਦੇ ਬੰਦਿਆਂ ਨੂੰ ਕਹਿ ਕੇ ਆਪਦੇ ਤੇ ਸ਼ਾਹੀ ਪਵਾ ਸਕਦਾ ਹੈ। ਕਿਉਂਕਿ ਉਹਦੀ ਟ੍ਰੇਨਿੰਗ ਇਸ ਤਰ੍ਹਾਂ ਦੀ ਲੋਕਾਂ ਨੇ ਕੀਤੀ ਗਈ ਹੈ ਕਿ ਤੁਸੀਂ ਸੁਰਖੀ 'ਚ ਰਹਿਣਾ, ਕਿਵੇਂ ਰਹਿਣਾ ਉਹਦੇ ਆ ਤਰੀਕੇ ਹੈਗੇ ਨੇ। ਸੋ ਇਸ ਕਰਕੇ ਤੁਸੀਂ ਸੁਰਖੀਆਂ 'ਚ ਰਹਿਣ ਵਾਸਤੇ ਤੁਸੀਂ ਗਵਰਨਰ ਸਾਹਿਬ ਨੂੰ, ਆਮ ਲੋਕ ਦੇਖੋ ਪੰਜਾਬ ਦੇ ਲੋਕ ਬੜੇ ਸਿੱਧੇ ਸਾਦੇ ਨੇ, ਔਰ ਸਿੱਧੇ ਸਾਦੇ ਲੋਕਾਂ ਨੇ ਸੋਚਿਆ ਕਿ ਇੱਕ ਬਹੁਤ ਵੱਡਾ ਬਦਲਾਵ ਆਏਗਾ ਤੇ ਇਹਨਾਂ ਨੂੰ 92 ਸੀਟਾਂ ਜਿਤਾਤੀਆਂ। ਇਹਨਾਂ ਨੇ ਮਿੰਨਤਾਂ ਕੀਤੀਆਂ ਕਿ ਸਾਨੂੰ ਇੱਕ ਮੌਕਾ ਦਿਓ, ਪਰ ਉਹ ਮੌਕਾ ਕਾਹਦੇ ਵਾਸਤੇ ਤੁਸੀਂ ਪੰਜਾਬ ਦੇ ਲੋਕਾਂ ਨੇ? ਗਵਰਨਰ ਨਾਲ ਝਗੜਾ ਕਰਨ ਵਾਸਤੇ, ਹਾਸ ਵਿਅੰਗ ਦੀ ਕਵਿਤਾ ਰਚਣ ਵਾਸਤੇ, ਟਵੀਟ ਹੋਣ ਵਾਸਤੇ। ਉਹ ਮੌਕਾ ਦਿੱਤਾ ਸੀ ਪੰਜਾਬ ਦੀ ਖੇਤੀ ਦੇ ਸੁਧਾਰ ਕਰਨ ਵਾਸਤੇ, ਉਹ ਮੌਕਾ ਦਿੱਤਾ ਸੀ ਪੰਜਾਬ ਦੀਆਂ ਸਿਹਤ ਸੇਵਾਵਾਂ ਨੂੰ ਠੀਕ ਕਰਨ ਵਾਸਤੇ,
ਜੀ। ਉਹ ਮੌਕਾ ਦਿੱਤਾ ਸੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਖਤਮ ਕਰਨ ਵਾਸਤੇ, ਉਹ ਮੌਕਾ ਦਿੱਤਾ ਸੀ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਵਾਸਤੇ, ਉਹ ਮੌਕਾ ਦਿੱਤਾ ਸੀ ਪੰਜਾਬ ਦਾ ਲਾਅ ਐਂਡ ਆਰਡਰ ਸੁਧਾਰਨ ਵਾਸਤੇ। ਇਸ ਕਿਸੇ ਪਹਿਲੂ ਦੇ ਉੱਤੇ ਗੱਲ ਨਹੀਂ ਕਰਦੇ ਇਹ ਜਦੋਂ ਗੱਲ ਕਰਦੇ ਆ ਗਵਰਨਰ ਨਾਲ ਝਗੜੇ ਦੀ ਗੱਲ ਕਰਦੇ ਆ ਜੀ। ਜਦੋਂ ਗੱਲ ਕਰਦੇ ਮੈਂ ਕੇਂਦਰ ਤੋਂ ਪੈਸੇ ਨਹੀਂ ਮੰਗਣੇ। ਤੁਸੀਂ ਦੱਸੋ ਪੰਜਾਬ 70% ਪੰਜਾਬ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੋਇਆ ਹੈ, 50% ਪੰਜਾਬ ਦਾ ਜਿਹੜਾ ਉਹ ਬੁਰਾ ਹਾਲ ਹੋ ਗਿਆ। ਜਾ ਕੇ ਦੇਖੋ ਤੁਸੀਂ ਇੱਥੇ ਆਲਮਗੀਰ ਪਿੰਡ ਕੋਲੇ ਕਿਸ ਤਰ੍ਹਾਂ 6-6 ਫੁੱਟ ਡੂੰਘੀ ਹੋ ਗਈ ਜ਼ਮੀਨ ਲੋਕਾਂ ਦੀ, 50-60 ਏਕੜ, ਤੇ ਦੂਜੀ ਜਿਹੜੀ 2000 ਏਕੜ ਜਿਹੜੀ ਆ ਉਹ 2-2 ਫੁੱਟ ਉੱਚੀ ਹੋ ਗਈ। ਉਹ ਤੁਸੀਂ ਉਹ ਸੋਲਵ ਕਰੋ। ਜਾਂ ਤੁਸੀਂ ਕਹਿੰਦੇ ਮੈਂ ਤਾਂ ਮੰਗਣ ਨਹੀਂ ਜਾਣਾ, ਕੇਂਦਰ ਤੋਂ ਪੈਸੇ ਲੈਣ ਵਾਸਤੇ ਮੰਗਣ ਜਾਣਾ ਹੁੰਦਾ? ਜਦੋਂ CRPF ਦੀਆਂ ਲੈਣੀਆਂ ਸੀ ਟੁਕੜੀਆਂ ਉਦੋਂ ਤੁਸੀਂ ਮੰਗਣ ਗਏ ਸੀ? ਅਮਿਤ ਸ਼ਾਹ ਜੀ ਕੋਲ ਉਦੋਂ ਵੀ ਤਾਂ ਮੰਗਤੇ ਬਣ ਕੇ ਗਏ ਸੀ। ਬਿਲਕੁਲ ਜੀ। ਜੇ ਤੁਸੀਂ ਆਪਦੀ ਸੁਰੱਖਿਆ ਵਾਸਤੇ ਕੇਂਦਰ ਤੋਂ Z+ ਸਿਕਿਉਰਿਟੀ ਲੈ ਸਕਦੇ ਹੋ, ਮੰਗਤੇ ਬਣ ਕੇ ਜਾ ਸਕਦੇ ਹੋ, ਤੇ ਕੀ ਤੁਸੀਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਵਾਸਤੇ ਕੇਂਦਰ ਤੋਂ ਮਦਦ ਲੈਣ ਨਹੀਂ ਜਾ ਸਕਦੇ? ਕਿਉਂਕਿ ਸੁਰਖੀ ਨਹੀਂ ਬਣਦੀ ਉਹਦੇ ਨਾਲ। ਬਿਲਕੁਲ ਜੀ। ਸੁਰਖੀ ਤਾਂ ਬਣਦੀ ਹੈ ਜੇ ਕੇਂਦਰ ਨਾਲ ਫੰਡ ਅੜਾ ਕੇ ਰੱਖਣ, ਸੁਰਖੀ ਤਾਂ ਬਣਦੀ ਜੇ ਗਵਰਨਰ ਨਾਲ ਫੰਡ ਅੜਾ ਕੇ ਰੱਖਣ। ਇਸ ਕਰਕੇ ਇਹ ਜਿਹੜੇ ਗਵਰਨਰ ਦੇ ਨਾਲ ਜਿਹੜਾ ਹੈ ਸਾਰੇ ਦਾ ਸਾਰਾ ਜਿਹੜਾ ਇਹ ਕਨਫਲਿਕਟ ਜਿਹੜਾ ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਚੱਲਿਆ ਹੋਇਆ ਆਮ ਆਦਮੀ ਪਾਰਟੀ। ਬਿਲਕੁਲ ਸੁਰਖੀਆਂ 'ਚ ਰਹਿਣ ਵਾਸਤੇ। ਜੀ। ਤੁਹਾਨੂੰ ਕੀ ਲੱਗਦਾ ਕਿ ਜੇਕਰ ਇਸੇ ਤਰ੍ਹਾਂ ਜਿਹੜਾ ਬਾਕੀ ਸਮਾਂ ਰਹਿੰਦਾ ਪੰਜਾਬ ਸਰਕਾਰ ਦਾ, ਮਾਨ ਸਰਕਾਰ ਦਾ, ਜੇਕਰ ਇਸੇ ਤਰ੍ਹਾਂ ਗਵਰਨਰ ਦੇ ਨਾਲ ਟਕਰਾਅ ਚੱਲਦਾ ਰਿਹਾ ਤਾਂ ਕਿਤੇ ਨਾ ਕਿਤੇ ਪੰਜਾਬ ਦਾ ਕੀ ਨੁਕਸਾਨ, ਕੀ ਫਾਇਦਾ, ਇਹਦੇ ਵਿੱਚ ਤੁਸੀਂ ਕੀ ਦੇਖਦੇ ਹੋ ਇੱਕ ਸਿਆਸਤ ਦੇ ਤੌਰ ਦੇ ਉੱਤੇ? ਕਿਉਂਕਿ ਤੁਸੀਂ ਇਹਨਾਂ ਦੇ ਵਿੱਚ ਵਿਚਰਦੇ ਰਹੇ ਹੋ ਚੰਗੀ ਤਰ੍ਹਾਂ, ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਵੀ ਪਹਿਲਾਂ ਵਿੱਚ ਵਿਚਰੇ ਹੋ ਤੇ ਤੁਸੀਂ ਹੁਣ ਕਾਂਗਰਸ ਦੇ ਵਿੱਚ ਹੀ ਹੋ। ਤੁਸੀਂ ਕੀ ਦੇਖਦੇ ਹੋ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਭਵਿੱਖ ਦੇ ਵਿੱਚ ਪੰਜਾਬ ਦੇ ਲਈ ਕੀ ਜਿਹੜੀ ਸਥਿਤੀ ਹੈ, ਕੀ ਸੰਕਟ ਪੰਜਾਬ ਤੇ ਆ ਸਕਦਾ? ਦੇਖੋ ਜੀ, ਸਭ ਤੋਂ ਵੱਡਾ ਸੰਕਟ ਤਾਂ ਜੇ ਤੁਸੀਂ ਵਿਨਾਇਕ ਦੱਤ ਇੱਕ ਪੱਤਰਕਾਰ ਨੇ, ਤੁਸੀਂ ਜਾਣਦੇ ਹੋਵੋਗੇ, ਉਸ ਪੱਤਰਕਾਰ ਨੇ ਆਪਦੀ ਪੋਸਟ ਬੜੀ ਵਧੀਆ ਲਿਖੀ ਹੈ ਕਿ ਇਮਰਾਨ ਖਾਨ ਦੇ ਵਿੱਚ ਤੇ ਕੇਜਰੀਵਾਲ ਦੇ ਵਿੱਚ ਦੋਨਾਂ ਦੇ ਵਿੱਚ ਕੀ ਸਿਮਿਲੈਰਿਟੀਜ਼ ਹੈ। ਦੋਵੇਂ ਜਣੇ 2011 ਚ ਆਏ। ਅਰਵਿੰਦ ਕੇਜਰੀਵਾਲ ਵਾਸਤੇ ਉਹਨਾਂ ਨੇ ਲਿਖਿਆ ਕਿ ਇਹ RSS ਦੀ ਕ੍ਰੀਏਸ਼ਨ ਹੈ, ਇਹਦੇ ਚ ਕੋਈ ਦੋ ਰਾਏ ਨਹੀਂ। ਬਿਲਕੁਲ ਇਹ RSS ਦੀ ਕ੍ਰੀਏਸ਼ਨ ਨੇ ਅਰਵਿੰਦ ਕੇਜਰੀਵਾਲ। ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਇਹ ਗਵਰਨਰ ਸਾਹਿਬ ਨਾਲ ਇੰਨਾ ਝਗੜਾ ਕਰ ਲੈਣ ਕਿ ਗਵਰਨਰ ਸਾਹਿਬ ਇਹ ਕਹਿ ਦੇਣ ਕਿ ਇੱਥੇ ਕੰਸਟੀਟਿਊਸ਼ਨਲ ਕ੍ਰਾਈਸਿਸ ਆ ਗਿਆ, ਇਸ ਕਰਕੇ ਇਸ ਅਸੈਂਬਲੀ ਨੂੰ ਸਸਪੈਂਡ ਕੀਤਾ ਜਾਵੇ। ਡਿਸਮਿਸ ਤਾਂ ਨਹੀਂ ਸ਼ਾਇਦ ਕਰਨਗੇ, ਪਰ ਸਸਪੈਂਡ ਕੀਤਾ ਜਾਵੇ। ਇੱਥੇ ਕੇਂਦਰ ਸ਼ਾਸਕ ਜਿਹੜਾ ਉਹ ਲਾਗੂ ਕੀਤਾ ਜਾਵੇ। ਉਹਦੇ ਨਾਲ ਕੀ ਹੋਏਗਾ? ਇਹ ਪੰਜਾਬ ਦੀ ਜਿਹੜੀ ਮਾਨ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਹੈ, ਲੋਕਾਂ ਕੋਲੇ ਜਾਏਗੀ ਕਿ ਦੇਖੋ ਸਾਡੇ ਕੋਲੇ 92 MLA ਸੀ ਔਰ ਸਾਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਕਿ 2024 ਦੇ ਵਿੱਚ ਆਪਦੀਆਂ ਪਾਰਲੀਮੈਂਟ ਦੀਆਂ ਸੀਟਾਂ ਜਿਤਾ ਸਕਣ। ਇਹ ਚਾਲ ਵੀ ਹੋ ਸਕਦੀ ਹੈ ਔਰ ਪਰ ਇਹ ਚਾਲ ਛੇਤੀ ਨੰਗੀ ਹੋ ਜੇ। ਜਿਸ ਤਰ੍ਹਾਂ ਤੁਸੀਂ ਦੇਖੋ ਸਤਪਾਲ ਮਲਿਕ ਜੀ ਦਾ ਮੈਂ ਇੰਟਰਵਿਊ ਦੇਖ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਦੇਖੋ ਬਿਲਕੁਲ ਸਾਫ਼ ਲਫ਼ਜ਼ਾਂ 'ਚ ਕਿਹਾ, ਮੈਂ ਉਹਨਾਂ ਨੂੰ ਕੋਟ ਕਰ ਰਿਹਾ, ਉਹ ਕਹਿੰਦਾ ਕਿਸੇ BJP ਦੇ ਵੱਡੇ ਲੀਡਰ ਨੂੰ ਵੀ ਮਰਵਾ ਸਕਦੇ ਆ, ਰਾਮ ਮੰਦਿਰ ਦੇ ਵਿੱਚ ਬੰਬ ਵੀ ਸਟਵਾ ਸਕਦੇ ਆ। ਔਰ ਜਿਹੜਾ ਬੰਦਾ ਕਹਿ ਰਿਹਾ ਉਹ ਆਮ ਆਦਮੀ ਨਹੀਂ ਹੈ, ਹਰਦੀਪ ਸਿੰਘ ਕਿੰਗਰੇ ਵਰਗਾ। ਉਹ 3-4 ਸਟੇਟਾਂ ਦਾ ਗਵਰਨਰ ਰਹਿ ਚੁੱਕਿਆ। ਬਿਲਕੁਲ ਬਹੁਤ ਪੁਰਾਣਾ ਪੋਲੀਟੀਸ਼ੀਅਨ ਹੈ। ਸੋ ਉਹ ਬੰਦਾ ਇਹੋ ਜਿਹੀਆਂ ਗੱਲਾਂ ਕਰ ਰਿਹਾ ਕਿ BJP ਦੇ ਲੀਡਰ ਮਰਵਾ ਸਕਦੇ ਆ, ਇਹ ਰਾਮ ਮੰਦਿਰ ਦੇ ਵਿੱਚ ਬੰਬ ਪੜਵਾ ਸਕਦੇ ਆ। ਇਸੇ ਤਰ੍ਹਾਂ ਇਹ ਜਿਹੜਾ ਹੈਗਾ ਇੱਕ ਚਾਲ ਖੇਡੀ ਜਾ ਸਕਦੀ ਹੈ ਕਿ ਗਵਰਨਰ ਨਾਲ ਝਗੜਾ ਕਰੋ ਔਰ ਝਗੜਾ ਕਰਕੇ ਕੰਸਟੀਟਿਊਸ਼ਨਲ ਕ੍ਰਾਈਸਿਸ ਕ੍ਰੀਏਟ ਕਰੋ, ਉਹਦੇ ਵਿੱਚ ਤੁਹਾਡੀ ਸਰਕਾਰ ਨੂੰ ਅਸੀਂ ਸਸਪੈਂਡ ਕਰ ਦਿਆਂਗੇ ਤੇ 2024 ਦੇ ਵਿੱਚ ਤੁਸੀਂ ਲੋਕਾਂ ਕੋਲੇ ਜਾਓ ਕਿ ਸਾਡੀਆਂ 92 ਸੀਟਾਂ ਸੀ, ਸਾਨੂੰ ਫਿਰ ਵੀ ਸਸਪੈਂਡ ਕਰ ਦਿੱਤਾ ਗਿਆ ਤੇ ਪੰਜਾਬ ਦੀਆਂ 13 ਦੇ 13 ਸੀਟਾਂ ਜਿੱਤ ਕੇ ਲਿਆਓ ਤੇ ਕਾਂਗਰਸ ਦਾ ਪੰਜਾਬ ਦੇ ਵਿੱਚ ਸਫਾਇਆ ਕਰ ਦੇ। ਬਿਲਕੁਲ, ਕਿਉਂਕਿ BJP ਦੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀ ਹੈ ਉਹ ਇਹ ਹੈ ਕਿ ਕਿਸੇ ਤਰੀਕੇ ਨਾਲ ਦੇਸ਼ ਦੇ ਵਿੱਚੋਂ ਕਾਂਗਰਸ ਨੂੰ ਕੱਢਿਆ ਜਾਵੇ, ਜਿਹੜਾ ਕਿ ਸੰਭਵ ਹੀ ਨਹੀਂ ਹੈ। ਉਹਦੇ ਕਈ ਕਾਰਨ ਹੈ, ਉਹਦੇ ਭਿੰਨਤਾ ਹੈ ਭਾਰਤ ਦੀ। ਭਾਰਤ ਦੇ ਵਿੱਚ ਰੀਜਨਲ ਪਾਰਟੀਆਂ ਬੜੀਆਂ ਤਕੜੀਆਂ ਹੋ ਗਈਆਂ ਔਰ ਬਹੁਤ ਘੱਟ ਰੀਜਨਲ ਪਾਰਟੀਆਂ ਜਿਹਨਾਂ ਦਾ BJP ਦੇ ਨਾਲ ਕੋਈ ਸੰਬੰਧ ਹੈਗਾ। ਸਾਰੇ ਦੀਆਂ ਸਾਰੀਆਂ ਰੀਜਨਲ ਪਾਰਟੀਆਂ ਜਿਹੜੀਆਂ ਸਟਰੋਂਗ ਹੈਗੀਆਂ, ਜਿਨ੍ਹਾਂ ਦੇ ਵਿੱਚ ਤੇਲਗੂ ਦੇ, ਜਿਨ੍ਹਾਂ ਦੇ ਵਿੱਚ ਮਮਤਾ ਬੈਨਰਜੀ ਜੀ ਜਿਹੜੀ ਉਹ ਕਾਂਗਰਸ ਹੈਗੀ ਹੈ, ਤ੍ਰਿਣਮੂਲ ਕਾਂਗਰਸ ਹੈ, ਜਾਂ ਨਿਤੀਸ਼ ਕੁਮਾਰ ਜੀ ਦੀ ਪਾਰਟੀ ਹੈ, ਜਾਂ ਸ਼ਰਦ ਪਵਾਰ ਜੀ ਦੀ ਪਾਰਟੀ ਹੈ, ਜਾਂ ਤਾਮਿਲਨਾਡੂ ਦੇ ਵਿੱਚ ਪਾਰਟੀ ਹੈ, ਜਾਂ ਕੇਰਲਾ ਦੇ ਵਿੱਚ ਪਾਰਟੀ ਹੈ, ਜਾਂ ਫਿਰ ਤੁਸੀਂ ਹੋਰ ਵੀ ਜਿਹੜੀਆਂ ਸਟੇਟਾਂ ਨੇ ਜਿੱਥੇ ਛੋਟੀਆਂ ਪਾਰਟੀਆਂ ਨੇ ਜਿਹੜੀਆਂ ਰੀਜਨਲੀ ਬੜੀਆਂ ਸਟਰੋਂਗ ਪਾਰਟੀਆਂ ਨੇ, ਉਹ BJP ਦੇ ਉਲਟ ਨੇ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਸੁਪਨਾ ਕਦੇ ਸੱਚ ਨਹੀਂ ਹੋਣਾਗਾ। ਜਿਹੜੇ ਕਹਿੰਦੇ ਆ ਕਿ ਕਾਂਗਰਸ ਮੁਕਤ ਭਾਰਤ ਕਰਨਾ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਭਾਰਤ ਉਹਨਾਂ ਤੋਂ ਮੁਕਤੀ ਪਾ ਲਏਗਾ। ਕਿਉਂਕਿ ਭਾਰਤ ਇੱਕ ਐਡਾ ਵੱਡਾ ਥੰਮ ਹੈ, ਇਹਨੂੰ ਅੰਗਰੇਜ਼ ਵੀ ਨਹੀਂ ਹਿਲਾ ਸਕੇ,
ਇਹਨੂੰ ਕੋਈ ਨਹੀਂ ਹਿਲਾ ਸਕਿਆ ਜੀ। ਇਸ ਥੰਮ ਨਾਲ ਜੇ ਕੋਈ ਖੇਡ ਖੇਡੇਗਾ ਪੁੱਠੀ ਸਿੱਧੀ ਤੇ ਉਹ ਆਪ ਹੀ ਉਹ ਜਾਣਾ। ਉਹ ਕਹਿੰਦਾ ਪੰਜਾਬ ਉਜਾੜਨ ਵਾਲੇ ਆਪੇ ਉਜੜ ਗਏ। ਜਿਹੜੇ ਕਹਿੰਦੇ ਸੀ ਪੰਜਾਬ ਵਸਦਾ ਗੁਰਾਂ ਦੇ ਨਾਲ, ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ, ਬੰਗਾਲ ਤੇ ਪੰਜਾਬ ਨੂੰ ਵੰਡ ਕੇ ਤੁਰ ਗਏ, ਅੱਜ ਉਹਨਾਂ ਦਾ ਬੁਰਾ ਹਾਲ ਹੈ ਦੁਨੀਆ ਦੀ ਸਿਆਸਤ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਛੋਟੇ ਜਿਹੇ ਰਹਿ ਗਏ, ਆਇਰਲੈਂਡ ਦੇ ਰਹਿ ਗਏ, ਉਹ ਯੂਰਪੀਅਨ ਯੂਨੀਅਨ ਚੋਂ ਵੀ ਅੱਡ ਹੋ ਗਏ। ਪੰਜਾਬ ਉਜਾੜਨ ਵਾਲੇ ਆਪੇ ਉਜੜ ਗਏ। ਉਸੇ ਤਰ੍ਹਾਂ ਭਾਰਤ ਕਾਂਗਰਸ ਮੁਕਤ ਭਾਰਤ ਕਰਨ ਵਾਲੇ ਪਤਾ ਨਹੀਂ ਕਿੱਥੇ ਜਾਣਗੇ 2024 ਦੇ ਵਿੱਚ। ਜੀ ਜੀ। ਤੇ ਕਿੰਗਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਕੀਮਤੀ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਥੈਂਕ ਯੂ ਮਨਦੀਪ ਜੀ, ਥੈਂਕ ਯੂ ਵੈਰੀ ਮਚ, ਥੈਂਕਸ ਅ ਲੋਟ।